ਅੱਜ ਦਾ ਲੈਸਨ ਦੇਖ ਰਹੇ 6ਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਲੈਸਨ ਵਿੱਚ ਅਸੀਂ ਜੋੜ ਤੇ ਘਟਾਓ ਦੋਨੋਂ ਜਿਹੜੀਆਂ ਮੌਲਿਕ ਸੰਕਰਿਆਵਾਂ ਨੇ ਉਹਨਾਂ ਦੀ ਦੁਹਰਾਈ ਕਰਾਂਗੇ। ਸਵਾਲਾਂ ਦੀਆਂ ਰਕਮਾਂ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਈ ਦੇਣਗੀਆਂ, ਤੁਸੀਂ ਰਕਮ ਨੂੰ ਕਾਪੀ ਤੇ ਨੋਟ ਕਰ ਲੈਣਾ ਹੈ ਤੇ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ, ਮੈਂ ਵੀ ਹੱਲ ਕਰਾਂਗਾ, ਆਪਾਂ ਰਲ ਮਿਲ ਕੇ ਇਹਨਾਂ ਸਵਾਲਾਂ ਨੂੰ ਅੱਜ ਹੱਲ ਕਰਾਂਗੇ। ਤਾਂ ਆਓ ਦੇਖਦੇ ਹਾਂ ਅੱਜ ਦਾ ਸਭ ਤੋਂ ਪਹਿਲਾ ਸਵਾਲ ਜਿਹੜਾ ਅਸੀਂ ਹੱਲ ਕਰਨਾ ਹੈ। ਤਾਂ ਸਭ ਤੋਂ ਪਹਿਲਾ ਸਵਾਲ ਜਿਹੜਾ ਸਾਡੇ ਕੋਲ ਹੈ, ਜੋੜ ਕਰੋ 2213 ਤੇ 4512 ਇਹਨਾਂ ਦਾ ਅਸੀਂ ਜੋੜ ਕਰਨਾ ਹੈ। ਠੀਕ ਹੈ, ਤਾਂ ਬੱਚੋ ਤੁਸੀਂ ਵੀ ਆਪਣੀਆਂ ਕਾਪੀਜ਼ ਤੇ ਜਲਦੀ ਨੋਟ ਕਰਕੇ ਸਵਾਲ ਨੂੰ ਹੱਲ ਕਰਨਾ ਸ਼ੁਰੂ ਕਰ ਦੇਣਾ ਹੈ। ਠੀਕ, ਤਾਂ 2213 ਜਮਾ 4512। तो सब तो पहला ਆਪਾਂ ਇਕਾਈ ਦੇ ਅੰਕ ਤੋਂ ਸ਼ੁਰੂ ਕਰਨਾ ਹੈ। ਠੀਕ ਹੈ, 3 ਤੇ 2 ਸਾਡੇ ਕੋਲ ਕਿੰਨੇ ਹੁੰਦੇ ਨੇ 5, 3 ਜਮਾ 2 5 ਤੇ ਇੱਥੇ ਸਾਡੇ ਕੋਲ 5 ਆ ਜਾਏਗਾ। 1 ਜਮਾ 1 ਇਹ ਸਾਡੇ ਕੋਲ 2 ਹੋ ਜਾਣਗੇ। 5 ਤੇ 2 5 ਜਮਾ 2 ਇਹ ਸਾਡੇ ਕੋਲ 7 ਬਣ ਜਾਂਦੇ। 4 ਜਮਾ 2 ਇਹ ਸਾਡੇ ਕੋਲ 6 ਬਣ ਜਾਂਦੇ। ਠੀਕ ਹੈ, तो इस तरह 2213 ਦੇ ਵਿੱਚ 4512 ਨੂੰ ਜੋੜਨ ਤੇ ਸਾਡੇ ਕੋਲ ਜਿਹੜਾ ਉੱਤਰ ਹੈ ਉਹ 6725 ਪ੍ਰਾਪਤ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਤੁਹਾਡੇ ਵੀ ਜੋੜ ਦਾ ਜਿਹੜਾ ਹੀ ਉੱਤਰ ਆਇਆ ਹੋਵੇਗਾ। ਠੀਕ ਹੈ, ਇਸ ਤੋਂ ਬਾਅਦ ਦੂਸਰਾ ਸਵਾਲ ਸਾਡੇ ਕੋਲ ਹੈ ਘਟਾਓ ਦਾ। 4567 ਦੇ ਵਿੱਚੋਂ ਅਸੀਂ 1234 ਘਟਾਵਾਂਗੇ। 4567 ਘਟਾਓ 1234। ਠੀਕ ਹੈ, तो सब तो पहला ये भी आप इकाई के अंक तो शुरू करना है। 7 ਦੇ ਵਿੱਚੋਂ ਜਦੋਂ ਅਸੀਂ 4 ਮਾਈਨਸ ਕਰਾਂਗੇ ਸਾਡੇ ਕੋਲ ਇਹ 3 ਆਏਗਾ। 6 ਦੇ ਵਿੱਚੋਂ 3 ਮਾਈਨਸ ਕਰਦੇ ਹਾਂ ਤੇ ਇਹ ਵੀ ਸਾਡੇ ਕੋਲ 3 ਆਉਂਦਾ ਹੈ। 5 ਦੇ ਵਿੱਚੋਂ 2 ਮਾਈਨਸ ਕੀਤਿਆਂ 20 ਸਾਡੇ ਕੋਲ 3 ਆਏਗਾ ਔਰ 4 ਦੇ ਵਿੱਚੋਂ 1 ਮਾਈਨਸ ਕੀਤਿਆਂ 20 ਸਾਡੇ ਕੋਲ ਅੰਕ 3 ਹੀ ਪ੍ਰਾਪਤ ਹੁੰਦਾ ਹੈ। ਠੀਕ ਹੈ, ਤਾਂ 4567 ਦੇ ਵਿੱਚੋਂ 1234 ਮਾਈਨਸ ਕਰਦੇ ਹਾਂ ਸਾਡੇ ਕੋਲ ਜਿਹੜਾ ਉੱਤਰ ਹੈ ਉਹ 3333 ਭਾਵ 3333 ਪ੍ਰਾਪਤ ਹੋ ਜਾਵੇਗਾ। ਇਸ ਤੋਂ ਬਾਅਦ ਸਾਡੇ ਕੋਲ ਜੋੜ ਦਾ ਸਵਾਲ ਹੈ, ਇਹਦੇ ਵਿੱਚ ਸਾਨੂੰ ਹਾਸਲ ਲੈਣਾ ਪਵੇਗਾ। ਠੀਕ ਹੈ, ਤਾਂ ਆਓ ਦੇਖਦੇ ਹਾਂ ਆਪਾਂ ਕਿਵੇਂ ਇਹਨਾਂ ਨੂੰ ਸਿੱਖਿਆ ਸੀਗਾ ਇਸ ਚੀਜ਼ ਨੂੰ। ਤਾਂ 3756 ਦੇ ਵਿੱਚ ਅਸੀਂ 1464 ਜਿਹੜਾ ਹੈ ਉਹ ਪਲੱਸ ਕਰਾਂਗੇ, 1464 ਜੋੜਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ 6 ਦੇ ਵਿੱਚ ਜਦੋਂ ਅਸੀਂ 4 ਜੋੜਦੇ ਹਾਂ 6 ਤੇ 4 ਸਾਡੇ ਕੋਲ ਕਿੰਨੇ ਬਣ ਜਾਂਦੇ ਨੇ 10। 10 ਦੀ ਜਿਹੜੀ 0 ਹੈ ਉਹ ਅਸੀਂ ਇੱਥੇ ਲਿਖ ਲੈਣੀ ਹੈ। ਠੀਕ ਹੈ, ਔਰ ਇੱਕ ਜਿਹੜਾ ਹੈ ਇਹ ਅਸੀਂ ਇੱਥੇ ਲਿਖ ਲਾਂਗੇ, ਇਹਨੂੰ ਅੱਗੇ ਹਾਸਲ ਸਾਡੇ ਕੋਲ ਅਗਲੀ ਲਾਈਨ ਦੇ ਵਿੱਚ ਆ ਜਾਏਗਾ। ਠੀਕ ਹੈ, ਤਾਂ ਇਸ ਕਾਲਮ ਦੇ ਵਿੱਚ ਸਾਡੇ ਕੋਲ ਜਦੋਂ ਅਸੀਂ ਸੰਖਿਆਵਾਂ ਨੂੰ ਐਡ ਕਰਾਂਗੇ ਤਾਂ ਇਹ ਸਾਡੇ ਕੋਲ 1 ਜਮਾ 5 6 ਹੋ ਜਾਏਗਾ। 6 6 12, ਤਾਂ 12 ਸਾਡੇ ਕੋਲ ਇਹ ਟੋਟਲ ਬਣਦਾ ਹੈ। ਤਾਂ 12 ਦਾ 2 ਜਿਹੜਾ ਉਹ ਅਸੀਂ ਇੱਥੇ ਲਿਖ ਲੈਣਾ ਔਰ 1 ਜਿਹੜਾ ਹੈ ਇਹ ਅਸੀਂ ਹਾਸਲ ਅੱਗੇ ਲੈ ਲਵਾਂਗੇ। ਠੀਕ ਹੈ, तो 7 ਤੇ 1 ਸਾਡੇ ਕੋਲ 8, 8 4 12, ਫਿਰ ਦੁਬਾਰਾ ਸਾਡੇ ਕੋਲ ਇਹ 12 ਬਣ ਜਾਂਦਾ ਹੈ। ਤਾਂ ਇੱਥੇ ਸਾਡੇ ਕੋਲ 2 ਆਏਗਾ 12 ਦਾ ਔਰ 1 ਜਿਹੜਾ ਅਸੀਂ ਉਹ ਇੱਥੇ ਲਿਖ ਲਾਂਗੇ। ਠੀਕ ਹੈ, ਤਾਂ ਹੁਣ ਇਹਦੇ ਵਿੱਚ 1 ਜਮਾ 3 4, 4 ਜਮਾ 1 5। ਠੀਕ ਹੈ, ਤਾਂ ਇਹ ਸਾਡੇ ਕੋਲ ਜੋ ਹੈ 5 ਬਣ ਜਾਏਗਾ। ਤਾਂ ਇਸ ਤਰ੍ਹਾਂ 3756 ਦੇ ਵਿੱਚ 1464 ਨੂੰ ਜੋੜਨ ਤੇ ਤੁਹਾਡਾ ਵੀ ਉੱਤਰ ਮੈਨੂੰ ਉਮੀਦ ਹੈ ਕਿ 5220 ਆ ਗਿਆ ਹੋਵੇਗਾ। ਠੀਕ ਹੈ, ਤਾਂ ਇਹ ਹੀ ਸਾਡੇ ਕੋਲ ਇਸ ਸਵਾਲ ਦਾ ਸਹੀ ਜਵਾਬ ਹੈ। ਇਸ ਤੋਂ ਬਾਅਦ ਚੌਥਾ ਸਵਾਲ ਸਾਡੇ ਕੋਲ ਹੈ 5688। ਇਹਦੇ ਵਿੱਚੋਂ ਅਸੀਂ ਘਟਾਉਣੇ ਨੇ 2199। ਠੀਕ ਹੈ, ਤਾਂ ਇਹਦੇ ਵਿੱਚ ਵੀ ਅਸੀਂ ਇਕਾਈ ਦੇ ਅੰਕ ਤੋਂ ਸ਼ੁਰੂ ਕਰਾਂਗੇ। ਸੋ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਇਕਾਈ ਦੇ ਅੰਕ ਦੇ ਵਿੱਚ ਜਿਹੜਾ 8 ਹੈ ਉਹ ਸਾਡੇ ਕੋਲ ਛੋਟਾ ਹੈ 9 ਦੇ ਨਾਲੋਂ। ਤਾਂ 8 ਦੇ ਵਿੱਚੋਂ 9 ਨੂੰ ਨਹੀਂ ਘਟਾਇਆ ਜਾ ਸਕਦਾ, ਤਾਂ ਉਹਦੇ ਲਈ ਅਸੀਂ ਕੀ ਕਰਾਂਗੇ, ਅਸੀਂ ਨਾਲ ਵਾਲੇ ਜਿਹੜਾ ਸਾਡੇ ਕੋਲ ਅੰਕ ਹੈ ਉਹਦੇ ਤੋਂ 1 ਹਾਸਲ ਲਵਾਂਗੇ ਇੱਧਰ। ਠੀਕ ਹੈ, ਤਾਂ 8 ਦੇ ਵਿੱਚੋਂ ਅਸੀਂ 1 ਉਧਰ ਲੈ ਜਾਵਾਂਗੇ, ਇਹ ਸਾਡੇ ਕੋਲ 7 ਬਚੇਗਾ। ਤਾਂ ਇੱਧਰ ਇਹ ਸਾਡੇ ਕੋਲ ਕਿੰਨਾ ਹੋ ਜਾਏਗਾ 18 ਹੋ ਜਾਏਗਾ। ਠੀਕ ਹੈ, 18 ਦੇ ਵਿੱਚੋਂ ਜਦੋਂ ਅਸੀਂ 9 ਮਾਈਨਸ ਕਰਾਂਗੇ ਤਾਂ ਇਹ ਸਾਡੇ ਕੋਲ 9 ਆਏਗਾ ਨੀਚੇ। ਠੀਕ, ਇਸ ਤੋਂ ਬਾਅਦ 7 ਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ 8 ਨੂੰ ਮਾਈਨਸ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਸਾਨੂੰ ਦੁਬਾਰਾ ਫਿਰ ਅਗਲੇ ਅੰਕ ਦੇ ਵਿੱਚੋਂ ਹਾਸਲ ਲੈਣਾ ਪਏਗਾ। ਇਹ ਸਾਡੇ ਕੋਲ 6 ਹੈ, ਇੱਥੇ 6 ਦੀ ਜਗ੍ਹਾ ਤੇ 5 ਬਚੇਗਾ ਔਰ ਜਿਹੜਾ 1 ਹੈ ਉਹ ਇੱਥੇ 7 ਦੇ ਨਾਲ ਰੱਖ ਕੇ ਇਹ ਸਾਡੇ ਕੋਲ 17 ਬਣ ਜਾਏਗਾ। 17 ਦੇ ਵਿੱਚੋਂ ਜਦੋਂ ਅਸੀਂ 8 ਨੂੰ ਘਟਾਵਾਂਗੇ ਤਾਂ ਇਹ ਵੀ ਸਾਡੇ ਕੋਲ 9 ਪ੍ਰਾਪਤ ਹੁੰਦਾ ਹੈ। ਠੀਕ ਹੈ, ਤਾਂ 5 ਦੇ ਵਿੱਚੋਂ 1 ਜਦੋਂ ਅਸੀਂ ਘਟਾਵਾਂਗੇ ਇਹ ਸਾਡੇ ਕੋਲ 4 ਆ ਜਾਏਗਾ ਔਰ ਇਸੇ ਤਰ੍ਹਾਂ 5 ਦੇ ਵਿੱਚੋਂ 2 ਜਦੋਂ ਅਸੀਂ ਮਾਈਨਸ ਕਰਦੇ ਹਾਂ ਤਾਂ ਉਹ ਬੱਚੋ ਕਿੰਨਾ ਆਉਂਦਾ ਹੈ, ਬਿਲਕੁਲ ਠੀਕ 3 ਆ ਜਾਏਗਾ। ਠੀਕ, ਤਾਂ ਇਸ ਤਰ੍ਹਾਂ ਸਾਡੇ ਕੋਲ 5688 ਦੇ ਵਿੱਚੋਂ 2199 ਨੂੰ ਮਾਈਨਸ ਕਰਨ ਤੇ ਜੋ ਉੱਤਰ ਹੈ ਉਹ 3400
99 ਭਾਵ 3499 ਪ੍ਰਾਪਤ ਹੁੰਦਾ ਹੈ। ਠੀਕ ਹੈ ਪਿਆਰੇ ਬੱਚਿਓ। ਇਸ ਤੋਂ ਬਾਅਦ ਅਸੀਂ ਪੰਜਵਾਂ ਸਵਾਲ ਦੇਖਦੇ ਹਾਂ। ਪੰਜਵੇਂ ਸਵਾਲ ਦੇ ਵਿੱਚ ਸਾਡੇ ਕੋਲ 2 ਤੋਂ ਜ਼ਿਆਦਾ ਭਾਵ 3 ਜਿਹੜੀਆਂ ਹੁਣ ਸਾਡੇ ਕੋਲ ਰਕਮਾਂ ਸੰਖਿਆਵਾਂ ਹੈਗੀਆਂ ਨੇ ਜਿਨ੍ਹਾਂ ਦਾ ਅਸੀਂ ਜੋੜਫਲ ਪਤਾ ਕਰਨਾ ਹੈ। ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਇਹਨਾਂ ਨੂੰ ਇੱਕ ਲਾਈਨ ਦੇ ਵਿੱਚ ਆਪਾਂ ਐਵੇਂ ਲਿਖ ਲਾਂਗੇ। ਸਭ ਤੋਂ ਪਹਿਲਾਂ 3872, ਉਸ ਤੋਂ ਬਾਅਦ 4283, ਉਸ ਤੋਂ ਬਾਅਦ 8075, 8075। ਠੀਕ ਹੈ ਬੱਚਿਓ। तो ਇਹਨਾਂ ਦੇ ਵਿੱਚ ਵੀ ਆਪਾਂ ਉਸੇ ਢੰਗ ਦੇ ਨਾਲ ਜੋੜ ਕਰਦੇ ਹੁੰਨੇ ਆ ਕਿ ਸਭ ਤੋਂ ਪਹਿਲਾਂ ਇਕਾਈ ਦੇ ਅੰਕਾਂ ਨੂੰ ਜੋੜਾਂਗੇ, ਫਿਰ ਦਹਾਈ ਦੇ ਅੰਕਾਂ ਨੂੰ ਜੋੜਾਂਗੇ, ਜਿੱਥੇ ਲੋੜ ਪੈਗੀ ਉੱਥੇ ਹਾਸਲ ਲਿਆ ਜਾਏਗਾ। ਠੀਕ ਹੈ ਵਿਦਿਆਰਥੀਓ। तो ਇਹਨੂੰ ਤੁਸੀਂ ਨੋਟ ਕਰਕੇ ਜਲਦੀ ਜਲਦੀ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। 3 ਤੇ 2 5, 5 ਤੇ 5 10 ਭਾਵ ਜੋੜ ਪਹਿਲੇ ਇਕਾਈ ਦੇ ਅੰਕਾਂ ਦਾ ਜੋੜ ਸਾਡੇ ਕੋਲ 10 ਬਣਦਾ ਹੈ। 10 ਦੀ 0 ਜਿਹੜੀ ਅਸੀਂ ਇੱਥੇ ਲਿਖ ਲਾਂਗੇ ਔਰ 1 ਜਿਹੜਾ ਹੈ ਉਹ ਇੱਥੇ ਹਾਸਲ ਆ ਜਾਏਗਾ। ਠੀਕ ਹੈ। तो 7 ਤੇ 1 ਸਾਡੇ ਕੋਲ 8 ਹੁੰਦੇ ਨੇ, 8 8 16 ਹੁੰਦੇ ਨੇ, 16 ਤੇ 7 ਜਿਹੜਾ ਸਾਡੇ ਕੋਲ 23 ਬਣਦਾ ਹੈ। ਠੀਕ ਹੈ। तो 23 ਦੇ ਵਿੱਚੋਂ ਜਿਹੜਾ 3 ਹੈ ਉਹ ਤਾਂ ਅਸੀਂ ਇੱਥੇ ਲਿਖ ਲਵਾਂਗੇ। ਠੀਕ ਹੈ। ਔਰ ਜਿਹੜਾ 2 ਹੈ ਇਹ ਸਾਡੇ ਕੋਲ ਅੱਗੇ ਹਾਸਲ ਚਲਿਆ ਜਾਏਗਾ। ਠੀਕ। तो 8 ਤੇ 2 10, 10 ਤੇ 2 12 ਹੁੰਦੇ ਨੇ ਸਾਡੇ ਕੋਲ, 12 ਤੇ 0 12 ਹੀ ਰਹਿਣਗੇ। ਠੀਕ ਹੈ। तो 12 ਦਾ ਜਿਹੜਾ 2 ਹੈ ਉਹ ਅਸੀਂ ਇੱਥੇ ਲਿਖ ਲੈਣਾ ਹੈ ਔਰ ਜਿਹੜਾ 1 ਹੈ ਉਹ ਅੱਗੇ ਹਾਸਲ ਚਲਿਆ ਜਾਏਗਾ। तो 3 ਤੇ 1 4, 4 4 8, 8 8 16। तो ਸਾਡੇ ਕੋਲ ਜਿਹੜਾ ਟੋਟਲ ਜੋੜਫਲ ਹੈ, ਕੁੱਲ ਜੋੜਫਲ ਇਹਨਾਂ ਤਿੰਨਾਂ ਸੰਖਿਆਵਾਂ ਦਾ ਉਹ ਕੀ ਬਣ ਜਾਂਦਾ ਹੈ, ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000 ਭਾਵ 16,230 ਜੋ ਹੈ ਉਹ ਸਾਡੇ ਕੋਲ ਬਿਲਕੁਲ ਇਸ ਸਵਾਲ ਦਾ ਸਹੀ ਜੋੜਫਲ ਹੈ। ਸੋ ਬੱਚਿਓ ਇਸ ਤੋਂ ਬਾਅਦ 6ਵਾਂ ਸਵਾਲ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ। ਸਟਾਰ ਦੇ ਸਥਾਨ ਤੇ ਸੰਖਿਆ ਭਰੋ। ਠੀਕ ਹੈ। ਇਹ ਸਾਡੇ ਕੋਲ ਨੀਚੇ ਰਕਮ ਹੈ, 3 ਸੰਖਿਆਵਾਂ ਦਾ ਇਹਦੇ ਵਿੱਚ ਜੋੜਫਲ ਜਿਹੜਾ ਉਹ ਕੀਤਾ ਗਿਆ ਹੈ, ਪਰ ਇਹਦੇ ਵਿੱਚ ਕੁਝ ਸੰਖਿਆਵਾਂ, ਕੁਝ ਅੰਕ ਜਿਹੜੇ ਤੁਸੀਂ ਦੇਖ ਸਕਦੇ ਹੋ ਉਹ ਨਹੀਂ ਲਿਖੇ ਗਏ, ਉਹਨਾਂ ਦੀ ਜਗ੍ਹਾ ਤੇ ਸਟਾਰ ਬਣਾਇਆ ਗਿਆ ਹੈ। ਅਸੀਂ ਸਾਰੇ ਸਵਾਲ ਨੂੰ ਦੇਖਦੇ ਹੋਏ ਅਸੀਂ ਇਹ ਜਿਹੜੇ ਸਟਾਰ ਇੱਥੇ ਲਗਾਏ ਹੋਏ ਨੇ ਇਹਨਾਂ ਦੀ ਜਗ੍ਹਾ ਤੇ ਸਾਡੇ ਕੋਲ ਕੀ ਅੰਕ ਜਿਹੜਾ ਆਉਣਾ ਚਾਹੀਦਾ ਹੈ ਉਹ ਅਸੀਂ ਪਤਾ ਕਰਨਾ ਹੈ ਤੇ ਉਹ ਹੀ ਇੱਥੇ ਲਿਖਣਾ ਹੈ। ਠੀਕ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਅਸੀਂ ਇਸ ਪੂਰੀ ਰਕਮ ਨੂੰ ਇੱਧਰ ਲਿਖਾਂਗੇ। ਇਹ ਸਾਡੇ ਕੋਲ 7895 ਪਹਿਲਾਂ ਹੈ, 7895। ਠੀਕ ਹੈ। ਉਸ ਤੋਂ ਬਾਅਦ 4 2 2 ਔਰ ਇਹ ਸਾਡੇ ਕੋਲ ਖਾਲੀ ਸਥਾਨ, ਇਹਨੂੰ ਅਸੀਂ ਰੱਖ ਲਾਂਗੇ। ਇਹ ਸਾਡੇ ਕੋਲ ਖਾਲੀ ਸਥਾਨ ਹੈ, ਫਿਰ ਇੱਥੇ 1 ਆਏਗਾ, ਫਿਰ ਖਾਲੀ ਸਥਾਨ ਹੈ ਔਰ ਫਿਰ ਸਾਡੇ ਕੋਲ 4 ਆਏਗਾ। ਠੀਕ ਹੈ ਜੀ। तो ਇਹਦਾ ਅਸੀਂ ਜੋੜਫਲ ਜਿਹੜਾ ਕਰਨਾ ਹੈ ਔਰ ਥੱਲੇ ਜਿਹੜੀਆਂ ਸੰਖਿਆਵਾਂ ਸਾਡੇ ਕੋਲ ਇਕਾਈ ਦਾ ਅੰਕ 4 ਹੈ, ਫਿਰ ਦਹਾਈ ਦਾ ਅੰਕ ਵੀ 4 ਹੈ, ਫਿਰ ਇਹ ਸਾਡੇ ਕੋਲ ਸੈਂਕੜੇ ਵਾਲਾ ਖਾਲੀ ਸਥਾਨ ਹੈ, ਫਿਰ 4 ਔਰ ਫਿਰ 1। ਠੀਕ ਹੈ। तो ਅਸੀਂ ਦੇਖਦੇ ਹੋਏ ਪੂਰੇ ਸਵਾਲ ਨੂੰ ਇਹ ਜਿਹੜੇ ਖਾਲੀ ਸਥਾਨ ਨੇ ਜਿੱਥੇ ਕਿ ਸਾਡੇ ਕੋਲ ਇੱਥੇ ਤਾਰਾ ਬਣਾਇਆ ਗਿਆ ਸੀ, ਸਟਾਰ ਬਣਿਆ ਹੋਇਆ ਸੀ, ਉਹ ਅਸੀਂ ਫਿਲ ਕਰਨੇ ਨੇ ਕਿ ਉਹਨਾਂ ਦੇ ਵਿੱਚ ਕੀ ਆਏਗਾ। ਵਿਦਿਆਰਥੀਓ ਸਭ ਤੋਂ ਪਹਿਲਾਂ ਅਸੀਂ ਇਕਾਈ ਦੇ ਅੰਕਾਂ ਨੂੰ ਜਦੋਂ ਦੇਖਦੇ ਹਾਂ तो 4 5 ਤੇ 4 ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ 9 ਬਣਦਾ ਹੈ। ਠੀਕ ਹੈ। ਪਰ ਹੇਠਾਂ ਜਿਹੜਾ ਅੰਕ ਇਕਾਈ ਦਾ ਜੋੜਫਲ ਦੇ ਵਿੱਚ ਲਿਖਿਆ ਗਿਆ ਉਹ 4 ਲਿਖਿਆ ਗਿਆ ਹੈ। तो ਇਹ 4 ਕਦੋਂ ਆਇਆ ਹੋਏਗਾ, ਅਗਰ ਸਾਡੇ ਕੋਲ ਇਹਨਾਂ ਤਿੰਨਾਂ ਅੰਕਾਂ ਦਾ ਜੋੜ ਜਿਹੜਾ ਹੈ ਉਹ 14 ਬਣਦਾ ਹੋਏਗਾ, ਹੈ ਨਾ। ਸੋ ਅਸੀਂ ਇਹ ਦੇਖਣਾ ਹੈ ਕਿ ਇੱਥੇ ਸਾਡੇ ਕੋਲ ਕਿਹੜੀ ਸੰਖਿਆ ਸੀ, ਕਿਹੜਾ ਅੰਕ ਲਿਖੀਏ ਤਾਂ ਕਿ ਸਾਡੇ ਕੋਲ ਜਿਹੜਾ ਤਿੰਨਾਂ ਦਾ ਜੋੜ ਹੈ ਉਹ ਸਾਡੇ ਕੋਲ 14 ਬਣ ਜਾਏ। तो ਉਹਦੇ ਲਈ ਬਹੁਤ ਸੌਖਾ ਤਰੀਕਾ ਹੈ, ਜੋੜ ਸਾਨੂੰ 14 ਚਾਹੀਦਾ ਹੈ। तो 14 ਦੇ ਵਿੱਚੋਂ ਅਸੀਂ ਇਹਨਾਂ ਦੋਨਾਂ ਦਾ ਜੋੜ ਜਿਹੜਾ 9 ਹੈ ਉਹ ਘਟਾ ਕੇ ਦੇਖ ਸਕਦੇ ਹਾਂ, ਮਾਈਨਸ ਕਰਕੇ ਜੋ ਸਾਡੇ ਕੋਲ ਸੰਖਿਆ ਪ੍ਰਾਪਤ ਹੋਏਗੀ ਉਹ ਅਸੀਂ ਇੱਥੇ ਲਿਖ ਦਾਂਗੇ। 14 ਦੇ ਵਿੱਚੋਂ ਅਗਰ ਅਸੀਂ 9 ਨੂੰ ਘਟਾਉਂਦੇ ਹਾਂ ਤਾਂ ਸਾਡੇ ਕੋਲ ਜਿਹੜੀ ਸੰਖਿਆ ਹੈ ਉਹ 5 ਪ੍ਰਾਪਤ ਹੁੰਦੀ ਹੈ। ਠੀਕ ਹੈ। तो ਇਹ ਇੱਥੇ ਅਸੀਂ 5 ਜਿਹੜਾ ਹੈ ਉਹ ਭਰ ਦਿਆਂਗੇ। ਤੁਸੀਂ ਦੇਖ ਸਕਦੇ ਹੋ 5 ਜਮਾ 5 ਸਾਡੇ ਕੋਲ 10 ਔਰ 10 4 14 ਭਾਵ ਸਾਡੇ ਕੋਲ ਇੱਥੇ 4 ਆ ਜਾਏਗਾ। ਠੀਕ ਹੈ। तो 14 ਦਾ 4 ਤਾਂ ਇੱਥੇ ਆ ਜਾਏਗਾ, 1 ਜਿਹੜਾ ਹੈ ਅਗਲੇ ਸਾਡੇ ਕੋਲ ਜੋੜ ਵਾਸਤੇ ਜਿਹੜਾ ਹਾਸਲ ਚਲਿਆ ਜਾਏਗਾ। ਹੁਣ ਇਹਦੇ ਵਿੱਚ ਅਸੀਂ ਦੇਖਦੇ ਹਾਂ ਟੋਟਲ ਸਾਡੇ ਕੋਲ ਜਿਹੜਾ ਇਹ ਜੋੜ ਬਣਦਾ ਹੈ 9 ਤੇ 1 10, 10 ਤੇ 2 12 12 ਹੈ, ਪਰ ਜੋੜਫਲ ਦੇ ਵਿੱਚ ਫਿਰ ਸਾਡੇ ਕੋਲ ਜਿਹੜਾ ਅੰਕ ਹੈ ਉਹ ਕੀ ਹੈ, ਉਹ 4 ਹੈ। तो 12 ਦੇ ਵਿੱਚ ਅਸੀਂ ਕੀ ਜੋੜੀਏ ਕਿ ਸਾਡੇ ਕੋਲ ਫਿਰ ਦੁਬਾਰਾ 14 ਬਣੇ, ਕਿਉਂਕਿ ਅਗਰ 14 ਸਾਡੇ ਕੋਲ ਜੋੜਫਲ ਬਣੇਗਾ ਤਾਂ ਹੀ ਸਾਡੇ ਕੋਲ ਇੱਥੇ 4 ਜਿਹੜਾ ਹੈ ਉਹ ਆ ਪਾਏਗਾ। तो 12 ਦੇ ਵਿੱਚ ਅਗਰ ਅਸੀਂ 2 ਜੋੜਦੇ ਹਾਂ ਤਾਂ ਸਾਨੂੰ ਪਤਾ ਹੈ ਕਿ 14 ਬਣ ਜਾਏਗਾ। तो 9 ਤੇ 1 10, 10 ਤੇ 2 12, 12 ਤੇ 2 14, 14 ਦਾ 4 ਜਿਹੜਾ ਉਹ ਇੱਥੇ ਲਿਖ ਲਾਂਗੇ ਆਪਾਂ, 1 ਜਿਹੜਾ ਹੈ ਉਹ ਅੱਗੇ ਹਾਸਲ ਚਲਿਆ ਜਾਏਗਾ। ਠੀਕ ਹੈ। तो 8 ਤੇ 1 9, 9 ਤੇ 2 ਜਿਹੜੇ ਸਾਡੇ ਕੋਲ 11 ਬਣ ਜਾਂਦੇ ਨੇ, 11 ਤੇ 1 12।
तो 12 ਦੇ ਵਿੱਚੋਂ 2 ਜਿਹੜਾ ਹੈ ਉਹ ਅਸੀਂ ਇੱਥੇ ਲਿਖ ਲਾਂਗੇ ਔਰ ਜਿਹੜਾ 1 ਹੈ ਉਹ ਅੱਗੇ ਹਾਸਲ ਚਲਿਆ ਜਾਏਗਾ। ਠੀਕ ਹੈ, तो ਇਹ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਇਹਨਾਂ ਅੰਕਾਂ ਦਾ ਜਿਹੜਾ ਜੋੜ ਹੈ ਉਹ ਸਾਡੇ ਕੋਲ ਕਿੰਨਾ ਬਣਨਾ ਚਾਹੀਦਾ ਹੈ, 14 ਬਣਨਾ ਚਾਹੀਦਾ ਹੈ। तो 7 ਤੇ 1 8, 8 ਤੇ 4 ਸਾਡੇ ਕੋਲ ਫਿਰ 12 ਬਣਦੇ ਨੇ। ਇਹਦਾ ਮਤਲਬ 12 ਦੇ ਵਿੱਚ 14 ਹੋਣ ਲਈ, 12 ਨੂੰ 14 ਹੋਣ ਲਈ ਕਿਸ ਸੰਖਿਆ ਦੀ ਕਮੀ ਹੈ, 2 ਦੀ। तो ਅਸੀਂ ਇੱਥੇ 2 ਅਗਰ ਫਿਲ ਕਰ ਦਈਏ, ਭਰ ਦਈਏ, ਤਾਂ ਇਹ ਸਾਡੇ ਕੋਲ ਟੋਟਲ ਜਿਹੜਾ ਉਹ 14 ਬਣ ਜਾਏਗਾ। 7 ਤੇ 1 8, 8 4 12, 12 ਤੇ 2 14। ਠੀਕ ਹੈ, तो ਇਸ ਤਰ੍ਹਾਂ ਅਸੀਂ ਦੇਖਿਆ ਕਿ ਜੋੜਫਲ ਪੂਰੇ ਸਵਾਲ ਨੂੰ ਦੇਖਦੇ ਹੋਏ ਅਸੀਂ ਜਿਹੜੇ ਖਾਲੀ ਸਥਾਨ ਸਾਨੂੰ ਦੱਸੇ ਛੱਡੇ ਗਏ ਸੀਗੇ ਜਿਹੜੇ, ਉਹਨਾਂ ਦੇ ਵਿੱਚ ਅਸੀਂ ਪ੍ਰੋਪਰ ਜਿਹੜੇ ਅੰਕ ਆਣੇ ਚਾਹੀਦੇ ਸਨ ਉਹ ਇਵੇਂ ਪਤਾ ਕਰ ਸਕਦੇ ਹਾਂ। ਠੀਕ ਹੈ ਵਿਦਿਆਰਥੀਓ, तो ਇਸ ਸਵਾਲ ਦਾ ਜਿਹੜਾ ਜੋੜਫਲ ਹੈ ਉਹ ਸਾਡੇ ਕੋਲ 14244 ਜਿਹੜਾ ਉਹ ਪ੍ਰੋਪਰ ਪ੍ਰਾਪਤ ਹੋ ਜਾਂਦਾ ਹੈ। ਇਸ ਤੋਂ ਬਾਅਦ 7ਵਾਂ ਸਵਾਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਇਹ ਵੀ ਸਾਡੇ ਕੋਲ ਬਿਲਕੁਲ ਉਵੇਂ ਦਾ ਸਵਾਲ ਹੈ, ਪਰ ਇਹਦੇ ਵਿੱਚ ਅਸੀਂ ਜਿਹੜੀ ਘਟਾਓ ਕਰਨੀ ਹੈ, ਇਹ ਸਾਡੇ ਕੋਲ ਘਟਾਓ ਦਾ ਸਵਾਲ ਹੈ। ਠੀਕ ਹੈ, तो ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹ ਸੰਖਿਆਵਾਂ ਨੂੰ ਉੱਧਰ ਲਿਖ ਲਾਂਗੇ ਜਿਵੇਂ ਆਪਾਂ ਲਾਸਟ ਕੁਐਸਚਨ ਦੇ ਵਿੱਚ ਲਿਖਿਆ ਸੀ। 8, ਫਿਰ ਸਾਡੇ ਕੋਲ ਖਾਲੀ ਸਥਾਨ ਹੈ, ਫਿਰ 5 ਹੈ, ਫਿਰ 0 ਹੈ, ਫਿਰ 7 ਹੈ, और इसी तरह घटाओ 1 3 खाली स्थान 4 खाली स्थान, और नीचे साढ़े को पहला ये खाली स्थान आएगा, फिर 7 है, फिर 6 है, और फिर साढ़े को खाली स्थान आएगा, फिर साढ़े को 8 आएगा। ठीक है, तो असी घटाओ करते करते पूरे सवाल दे विच देखना है कि जिहड़े खाली स्थान सानू 5 दिते गए ने, इन्हां दे विच साढ़े कोल किहड़े अंक आ सकते हैं। सो विद्यार्थियों, ये जो असी इकाई के अंक देखते हैं तो 7 ਦੇ ਵਿੱਚੋਂ ਅਸੀਂ ਕਿਹੜੀ ਸੰਖਿਆ ਜਿਹੜੀ ਹੈ ਉਹ ਘਟਾਈਏ ਤਾਂ ਕਿ ਸਾਡੇ ਕੋਲ ਜਿਹੜਾ 8 ਪ੍ਰਾਪਤ ਹੋਵੇ। ਠੀਕ ਹੈ, तो ਸਾਨੂੰ ਪਤਾ ਹੈ ਕਿ 7 ਤਾਂ ਪਹਿਲਾਂ ਹੀ ਜਿਹੜਾ 8 ਦੇ ਨਾਲੋਂ ਛੋਟਾ ਹੈ। ਇਹਦਾ ਮਤਲਬ 7 ਦੇ ਵਿੱਚੋਂ ਕਿਸੇ ਵੀ ਸੰਖਿਆ ਨੂੰ ਘਟਾਉਣ ਤੇ ਸਾਡੇ ਕੋਲ 8 ਪ੍ਰਾਪਤ ਨਹੀਂ ਹੋ ਸਕਦਾ। ਸੋ ਇਹਦਾ ਮਤਲਬ ਇੱਥੇ ਸਾਡੇ ਕੋਲ ਹਾਸਲ ਲੈਣ ਤੋਂ ਬਾਅਦ 17 ਬਣੇਗਾ। 17 ਦੇ ਵਿੱਚੋਂ ਅਸੀਂ ਇੱਕ ਸੰਖਿਆ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਜਿਹੜਾ ਉਹ 8 ਆਏਗਾ। ਠੀਕ ਹੈ, तो ਇੱਥੇ 17 ਬਣਾਉਣ ਦੇ ਲਈ ਸਾਨੂੰ ਇਧਰੋਂ ਜਿਹੜਾ ਹਾਸਲ ਲੈਣਾ ਪਏਗਾ, ਇਹ ਸਾਡੇ ਕੋਲ 0 ਹੈ। 0 ਤੋਂ ਤਾਂ ਹਾਸਲ ਲਿਆ ਨਹੀਂ ਜਾ ਸਕਦਾ, तो ਹਾਸਲ ਸਾਡੇ ਕੋਲ ਜਿਹੜਾ 5 ਤੋਂ ਅਸੀਂ ਲਵਾਂਗੇ, ਸਟਾਰਟ ਕਰਾਂਗੇ, तो ਇੱਥੇ ਸਾਡੇ ਕੋਲ ਜਿਹੜਾ ਉਹ 4 ਬਚੇਗਾ ਔਰ ਇਹ ਸਾਡੇ ਕੋਲ 10 ਬਣ ਜਾਏਗਾ। ਠੀਕ ਹੈ, ਫਿਰ 10 ਦੇ ਵਿੱਚੋਂ ਅਸੀਂ ਹਾਸਲ ਲਵਾਂਗੇ, ਇਹ 9 ਬਚੇਗਾ ਤੇ ਇੱਧਰ ਸਾਡੇ ਕੋਲ 17 ਜੋ ਹੈ ਉਹ ਬਣ ਜਾਏਗਾ। तो 17 ਦੇ ਵਿੱਚੋਂ ਹੁਣ ਅਸੀਂ ਕਿਹੜੀ ਸੰਖਿਆ ਜਿਹੜੀ ਹੈ ਉਹ ਘਟਾਈਏ ਤਾਂ ਕਿ ਸਾਡੇ ਕੋਲ 8 ਪ੍ਰਾਪਤ ਹੋਏ। ਇਹਦੇ ਲਈ ਅਸੀਂ 17 ਦੇ ਵਿੱਚੋਂ 8 ਨੂੰ ਮਾਈਨਸ ਕਰਕੇ ਦੇਖ ਸਕਦੇ ਹਾਂ। ਜੋ ਸੰਖਿਆ ਸਾਡੇ ਕੋਲ ਆਏਗੀ, 17 ਚੋਂ 8 ਮਾਈਨਸ ਕੀਤੇ ਸਾਡੇ ਕੋਲ 9 ਹੁੰਦੇ ਨੇ। ਇਹਦਾ ਮਤਲਬ 17 ਦੇ ਵਿੱਚੋਂ 9 ਮਾਈਨਸ ਕਰਾਂਗੇ ਤਾਂ ਸਾਡੇ ਕੋਲ 8 ਪ੍ਰਾਪਤ ਹੋਏਗਾ। ਠੀਕ ਹੈ, तो 17 ਦੇ ਵਿੱਚੋਂ ਅਗਰ ਅਸੀਂ 9 ਘਟਾਉਂਦੇ ਹਾਂ ਤਾਂ ਇਹ ਸਾਡੇ ਕੋਲ 8 ਬਣ ਜਾਂਦਾ ਹੈ। ਠੀਕ ਹੈ, तो ਇਸ ਤੋਂ ਬਾਅਦ ਇਹ ਸਾਡੇ ਕੋਲ ਪਹਿਲਾ ਜਿਹੜਾ ਸਥਾਨ ਸੀ ਖਾਲੀ ਉਹ ਭਰਿਆ ਗਿਆ। ਇਸ ਤੋਂ ਬਾਅਦ 9 ਦੇ ਵਿੱਚੋਂ 4 ਮਾਈਨਸ ਜਦੋਂ ਅਸੀਂ ਕਰਾਂਗੇ ਤਾਂ ਸਾਡੇ ਕੋਲ 5 ਜੋ ਹੈ ਉਹ ਪ੍ਰਾਪਤ ਹੋਏਗਾ, 5। ਠੀਕ ਹੈ, 5 ਪ੍ਰਾਪਤ ਹੋਏਗਾ। तो 5 ਤੋਂ ਬਾਅਦ ਹੁਣ ਅਗਲੇ ਸਟੈਪ ਦੇ ਵਿੱਚ ਅਸੀਂ ਲਿਖਣਾ ਹੈ 4 ਸਾਡੇ ਕੋਲ ਉੱਪਰ ਸੰਖਿਆ ਹੈ, ਥੱਲੇ ਸਾਡੇ ਕੋਲ ਜਿਹੜਾ ਉੱਤਰ ਹੈ ਉਹ 6 ਹੈ। तो 4 ਦੇ ਵਿੱਚੋਂ ਕੁਝ ਵੀ ਅਸੀਂ ਮਾਈਨਸ ਕਰੀਏ ਸਾਡੇ ਕੋਲ 6 ਜਿਹੜਾ ਉਹ ਕਦੇ ਵੀ ਨਹੀਂ ਆ ਸਕਦਾ ਕਿਉਂਕਿ 4 ਸੰਖਿਆ ਜਿਹੜਾ ਹੈ ਉਹ 6 ਤੋਂ ਛੋਟੀ ਸੰਖਿਆ ਹੈ। ਇਹਦਾ ਮਤਲਬ ਇੱਥੇ ਸਾਡੇ ਕੋਲ ਬਣਨਾ ਚਾਹੀਦਾ ਹੈ 14 ਘੱਟੋ ਘੱਟ ਬਣਨਾ ਚਾਹੀਦਾ ਹੈ। ਉਹ 14 ਦੇ ਵਿੱਚੋਂ ਫਿਰ ਅਸੀਂ 6 ਜਿਹੜਾ ਉਹ ਮਾਈਨਸ ਕਰਾਂਗੇ ਤਾਂ 14 ਦੇ ਵਿੱਚੋਂ ਅਸੀਂ ਸੰਖਿਆ ਇੱਕ ਅੰਕ ਜਿਹੜਾ ਉਹ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਜਿਹੜਾ ਉਹ 6 ਪ੍ਰਾਪਤ ਹੋਏਗਾ। ਸੋ 4 ਨੂੰ 14 ਬਣਾਉਣ ਦੇ ਲਈ ਫਿਰ 14 ਦੇ ਵਿੱਚੋਂ ਕਿਹੜਾ ਅੰਕ ਮਾਈਨਸ ਕਰੀਏ ਤੇ ਸਾਡੇ ਕੋਲ 6 ਆਏਗਾ। ਇਹ ਪਤਾ ਕਰਨ ਲਈ ਸਾਨੂੰ ਇਧਰੋਂ ਇੱਕ ਜਿਹੜਾ ਹਾਸਲ ਲੈਣਾ ਪਏਗਾ, ਪਰ ਅਸੀਂ ਦੇਖ ਸਕਦੇ ਹਾਂ ਕਿ 4 ਦੇ ਖੱਬੇ ਪਾਸੇ ਜਿਹੜੀ ਸੰਖਿਆ ਉਹ ਵੀ ਸਾਡੇ ਕੋਲ ਖਾਲੀ ਸਥਾਨ ਹੈ ਨਾ। ਇੱਥੋਂ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿਹੜੀ ਸੰਖਿਆ ਦੇ ਵਿੱਚੋਂ ਹਾਸਲ ਲੈ ਸਕਦੇ ਹਾਂ, ਪਰ ਇਹਨੂੰ ਅਸੀਂ ਪਹਿਲਾਂ ਥੋੜਾ ਜਿਹਾ ਦੇਖ ਲੈਂਦੇ ਹਾਂ। ਦੇਖੋ ਕਿਹੜੀ ਸੰਖਿਆ ਹੈ ਜਿਹਦੇ ਵਿੱਚੋਂ ਅਗਰ ਅਸੀਂ 3 ਮਾਈਨਸ ਕਰੀਏ ਤਾਂ ਸਾਡੇ ਕੋਲ ਜਿਹੜਾ ਉਹ 7 ਪ੍ਰਾਪਤ ਹੁੰਦਾ ਹੈ। ਸਾਨੂੰ ਪਤਾ ਹੈ ਕਿ 10 ਦੇ ਵਿੱਚੋਂ 3 ਮਾਈਨਸ ਕਰਾਂਗੇ ਤਾਂ ਸਾਡੇ ਕੋਲ ਜਿਹੜਾ 7 ਆਏਗਾ। ਇਹਦਾ ਮਤਲਬ ਇੱਥੇ ਸਾਡੇ ਕੋਲ ਬਚੇਗਾ 10। ਠੀਕ ਹੈ, ਇੱਥੇ ਸਾਡੇ ਕੋਲ ਬਚੇਗਾ 10 ਔਰ 10 ਦੇ ਵਿੱਚੋਂ ਜਦੋਂ ਅਸੀਂ 10 ਦੇ ਵਿੱਚੋਂ 3 ਮਾਈਨਸ ਕੀਤੇ ਸਾਡੇ ਕੋਲ 7 ਆਏਗਾ। ਪਰ ਇਹ 10 ਸਾਡੇ ਕੋਲ ਤਾਂ ਬਣੇਗਾ ਕਿਉਂਕਿ ਇਧਰੋਂ ਅਸੀਂ ਇੱਕ ਹਾਸਲ ਵੀ ਇਧਰ ਲੈਣਾ ਹੈ 14 ਲਈ, ਅਗਰ ਸਾਡੇ ਕੋਲ ਪਹਿਲਾਂ ਇੱਥੇ 11 ਬਣਦਾ ਹੋਏ ਹਾਸਲ ਲੈਣ ਤੋਂ ਬਾਅਦ। ਠੀਕ ਹੈ, ਤਾਂ ਇਹਦਾ ਮਤਲਬ ਸਾਡੇ ਕੋਲ ਇੱਥੇ ਜਿਹੜੀ ਸੰਖਿਆ ਹੈ ਉਹ 1 ਆਏਗੀ। ਠੀਕ ਹੈ, ਇਹ 1 ਦਾ ਜਿਹੜਾ ਅਸੀਂ ਇਧਰ ਹਾਸਲ ਲਵਾਂਗੇ ਇਹ ਸਾਡੇ ਕੋਲ 14 ਬਣ ਜਾਏਗਾ। ਫਿਰ ਇਹ ਇੱਕ ਜਿਹੜੀ 0 ਬਣ ਜਾਏਗੀ ਸਾਡੇ ਕੋਲ। ਫਿਰ ਇਧਰੋਂ ਅਸੀਂ ਇੱਕ ਹਾਸਲ ਲਵਾਂਗੇ, ਇਹ ਸਾਡੇ ਕੋਲ 7 ਬਣੇਗਾ। 7 ਤੋਂ ਇਹ ਸਾਡੇ ਕੋਲ ਜਿਹੜਾ ਉਹ 10 ਬਣ ਜਾਏਗਾ। ਠੀਕ ਹੈ, तो 14 ਦੇ ਵਿੱਚੋਂ ਹੁਣ ਕਿਹੜੀ ਸੰਖਿਆ ਆਪਾਂ ਮਾਈਨਸ ਕਰੀਏ ਕਿ ਸਾਡੇ ਕੋਲ ਜਿਹੜਾ 6 ਪ੍ਰਾਪਤ ਹੋਏ। ਆਪਾਂ 14 ਦੇ ਵਿੱਚੋਂ 6 ਨੂੰ ਮਾਈਨਸ ਕਰਕੇ ਦੇਖ ਲੈਂਦੇ ਹਾਂ, ਜੋ ਵੀ ਸਾਡੇ ਕੋਲ ਉੱਤਰ ਹੋਏਗਾ ਉਹ ਹੀ ਸਾਡੇ ਕੋਲ ਅੰਕ ਇੱਥੇ ਆਏਗਾ। ਠੀਕ ਹੈ, 14 ਚੋਂ 6 ਅਗਰ ਅਸੀਂ ਘਟਾਉਂਦੇ ਹਾਂ ਤਾਂ ਸਾਡੇ ਕੋਲ 8 ਜਿਹੜਾ ਪ੍ਰਾਪਤ ਹੁੰਦਾ ਹੈ। ਇਹਦਾ ਮਤਲਬ ਇੱਥੇ ਸਾਡੇ ਕੋਲ ਕਿਹੜੀ ਸੰਖਿਆ ਆਏਗੀ, 8 ਆਏਗੀ। 14 - 8 ਜਿਹੜਾ ਸਾਡੇ ਕੋਲ ਉਹ ਕੀ ਬਣੇਗਾ,
6 ਬਣੇਗਾ। ਠੀਕ ਹੈ, ਇਸ ਤੋਂ ਬਾਅਦ ਕਿਉਂਕਿ ਇੱਥੇ ਪਹਿਲਾਂ ਸਾਡੇ ਕੋਲ 1 ਸੀ, 1 ਦੇ ਵਿੱਚੋਂ ਅਸੀਂ ਹਾਸਲ ਇੱਧਰ ਲਿਆ ਤੇ ਸਾਡੇ ਕੋਲ 0 ਹੋ ਗਿਆ ਸੀ। ਫਿਰ 0 ਨੂੰ 10 ਬਣਾਉਣ ਦੇ ਲਈ ਇੱਧਰੋਂ ਅਸੀਂ 1 ਹਾਸਲ ਲਿਆ, तो 10 ਦੇ ਵਿੱਚੋਂ 3 ਘਟਾਏ ਉਹ ਸਾਡੇ ਕੋਲ 7 ਬਣ ਜਾਣਗੇ। ਠੀਕ ਹੈ, ਇਸ ਤੋਂ ਬਾਅਦ ਆਖਰੀ ਜਿਹੜਾ ਅੰਕ ਸਾਡੇ ਕੋਲ ਬਚਿਆ ਹੈ 7, 7 ਦੇ ਵਿੱਚੋਂ ਜਦੋਂ ਅਸੀਂ 1 ਮਾਈਨਸ ਕਰਾਂਗੇ ਤਾਂ ਇਹ ਸਾਡੇ ਕੋਲ ਕੀ ਬਣੇਗਾ, ਇਹ ਸਾਡੇ ਕੋਲ 6 ਬਣ ਜਾਏਗਾ। ਠੀਕ ਹੈ, ਤਾਂ ਵਿਦਿਆਰਥੀਓ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਜਿਹੜੇ ਸਾਰੇ ਖਾਲੀ ਸਥਾਨ ਸੀ ਉਹ ਅਸੀਂ ਭਰ ਲਏ ਨੇ। ਪਹਿਲਾਂ ਸਾਡੇ ਕੋਲ 1 ਬਣਿਆ ਹੈ। ਠੀਕ ਹੈ, ਉਸ ਤੋਂ ਬਾਅਦ ਇਹ ਸਾਡੇ ਕੋਲ 8 ਬਣਿਆ ਹੈ, ਇਹ ਅੰਕ ਸਾਡੇ ਕੋਲ 9 ਬਣਿਆ ਹੈ, ਇਸੇ ਤਰ੍ਹਾਂ ਇਹ 5 ਤੇ 6। ਠੀਕ ਹੈ, ਟੋਟਲ ਸਾਡੇ ਕੋਲ ਜਿਹੜੀਆਂ ਰਕਮਾਂ ਨੇ ਉਹ 81,507, 13,849 ਅਤੇ 67,658 ਜਿਹੜੀਆਂ ਉਹ ਬਣ ਜਾਂਦੀਆਂ ਨੇ। ਠੀਕ ਹੈ, ਮੈਨੂੰ ਉਮੀਦ ਹੈ ਕਿ ਇਹ ਸਵਾਲ ਤੁਸੀਂ ਸਮਝ ਲਿਆ ਹੋਵੇਗਾ ਔਰ ਹੋ ਸਕਦਾ ਹੈ ਕੁਝ ਬੱਚਿਆਂ ਨੇ ਪਹਿਲਾਂ ਵੀ ਇਹ ਹੱਲ ਕਰ ਲਿਆ ਹੋਵੇ। ਠੀਕ ਹੈ ਵਿਦਿਆਰਥੀਓ, ਸੋ ਮੌਲਿਕ ਸੰਕ੍ਰਿਆਵਾਂ ਜੋੜ ਅਤੇ ਘਟਾਓ ਦੀ ਦੁਹਰਾਈ ਦੇ ਵਿੱਚ ਅਗਲਾ ਜਿਹੜਾ ਸਵਾਲ ਅਸੀਂ ਅੱਜ ਕਰਨਾ ਹੈ, ਮੁੱਲ ਪਤਾ ਕਰੋ 8,975 ਮਾਈਨਸ 2,080 ਜਮ੍ਹਾਂ 4,156। ਠੀਕ ਹੈ, ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸਾਡੇ ਕੋਲ ਇੱਕ ਹੀ ਸਵਾਲ ਦੇ ਵਿੱਚ 3 ਰਕਮਾਂ ਨੇ ਤੇ ਉਹਦੇ ਵਿੱਚ ਅਸੀਂ ਘਟਾਓ ਵੀ ਕਰਨੀ ਹੈ ਤੇ ਉਹਦੇ ਵਿੱਚ ਅਸੀਂ ਜੋੜ ਵੀ ਕਰਨਾ ਹੈ। ਠੀਕ ਹੈ, ਤਾਂ ਵਿਦਿਆਰਥੀਓ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਜਿਹੜੀਆਂ ਪਹਿਲੀਆਂ 2 ਰਕਮਾਂ ਸਾਡੇ ਕੋਲ ਨੇ ਅਸੀਂ ਇਹਨਾਂ ਨੂੰ ਹੱਲ ਕਰਾਂਗੇ। ਭਾਵ 8,975 ਦੇ ਵਿੱਚੋਂ ਅਸੀਂ 2,080 ਨੂੰ ਮਾਈਨਸ ਕਰਾਂਗੇ। ਇਹ ਘਟਾਉਣ ਤੋਂ ਬਾਅਦ ਜੋ ਸਾਡੇ ਕੋਲ ਉੱਤਰ ਪ੍ਰਾਪਤ ਹੋਏਗਾ ਉਸ ਉੱਤਰ ਨੂੰ ਅਸੀਂ 4,156 ਦੇ ਵਿੱਚ ਜੋੜ ਦਿਆਂਗੇ ਤੇ ਸਾਡੇ ਕੋਲ ਫਾਈਨਲ ਜਿਹੜਾ ਹੈ ਆਨਸਰ, ਫਾਈਨਲ ਉੱਤਰ ਇਸ ਸਵਾਲ ਦਾ ਸਾਨੂੰ ਪ੍ਰਾਪਤ ਹੋ ਜਾਵੇਗਾ। ਠੀਕ ਹੈ, तो आओ देखते हैं। सब तो पहला असी 8,975 ਦੇ ਵਿੱਚੋਂ 2,080 ਅਸੀਂ ਮਾਈਨਸ ਕਰਾਂਗੇ। ਠੀਕ ਹੈ, तो 5 ਦੇ ਵਿੱਚੋਂ ਜਦੋਂ ਅਸੀਂ 0 ਮਾਈਨਸ ਕਰਦੇ ਹਾਂ ਤਾਂ ਇਹ ਸਾਡੇ ਕੋਲ 5 ਹੀ ਬਚੇਗਾ। 7 ਦੇ ਵਿੱਚੋਂ 8 ਨੂੰ ਨਹੀਂ ਘਟਾਇਆ ਜਾ ਸਕਦਾ ਤਾਂ ਅਸੀਂ ਹਾਸਲ ਲਵਾਂਗੇ, ਇੱਥੇ ਸਾਡੇ ਕੋਲ 8 ਬਚੇਗਾ ਔਰ ਇਹ ਸਾਡੇ ਕੋਲ 17 ਬਣ ਜਾਏਗਾ। ਠੀਕ, तो 17 ਦੇ ਵਿੱਚੋਂ ਜਦੋਂ ਅਸੀਂ 8 ਮਾਈਨਸ ਕਰਦੇ ਹਾਂ ਤਾਂ ਬੱਚਿਓ ਇਹ ਸਾਡੇ ਕੋਲ 9 ਪ੍ਰਾਪਤ ਹੋ ਜਾਏਗਾ ਇੱਥੇ। ਇਸੇ ਤਰ੍ਹਾਂ ਹੁਣ 8 ਦੇ ਵਿੱਚੋਂ 0 ਜਦੋਂ ਮਾਈਨਸ ਕਰਾਂਗੇ ਤਾਂ ਇਹ ਸਾਡੇ ਕੋਲ 8 ਹੀ ਰਹੇਗਾ। 8 ਦੇ ਵਿੱਚੋਂ 2 ਘਟਾਉਣ ਤੇ ਸਾਡੇ ਕੋਲ 6 ਪ੍ਰਾਪਤ ਹੋ ਜਾਏਗਾ। तो ਪਹਿਲੀਆਂ 2 ਸੰਖਿਆਵਾਂ ਨੂੰ ਹੱਲ ਕਰਨ ਤੇ ਸਾਡੇ ਕੋਲ ਜਿਹੜਾ ਘਟਾਓ ਕਰਕੇ ਜੋ ਉੱਤਰ ਹੈ ਉਹ 6,895 ਬਣ ਜਾਂਦਾ ਹੈ। ਠੀਕ ਹੈ, ਹੁਣ ਇਸ 6,895 ਦੇ ਵਿੱਚ ਅਸੀਂ 4,156 ਨੂੰ ਜੋੜਾਂਗੇ। ठीक है विद्यार्थियों, तो इन्हां दा जोड़फल असीं देखते हैं। 6 ते 5 साडे कोल जिहड़े 11 बनते हैं। ठीक है, 11 का 1 जिहड़ा इत्थे आ जाएगा, दूसरा 1 जिहड़ा असीं हासिल लवांगे। ठीक है, तो 9 ते 1 साडे कोल 10 ने, 10 5 15, 15 दे दा 5 जिहड़ा वो इत्थे लिखिया जाएगा और जिहड़ा 1 है वो असीं अगे कैरी करांगे, अगे हासिल लवांगे। तो 8 ते 1 साडे कोल 9 है, 9 ते 1 10 बन जाता है। 10 दे विचों फिर 10 की जिहड़ी 0 है वो इत्थे रह जाएगी और 1 जिहड़ा है वो असीं अगे हासिल लवांगे। तो 6 ते 1 7, 7 4 11, तो लास्ट दे विच जिहड़ी साडे कोल संख्या है वो 11 आ जाएगी। ठीक है विद्यार्थियों, तो साडे कोल जिहड़ा फाइनल आंसर है, फाइनल जो उत्तर है वो साडे कोल 11,051 बनता है। ठीक है, 11,051। इस तो बाद 9वां सवाल तुसी स्क्रीन ते देख सकते हो कि 38,108 विच किहड़ी संख्या जोड़िए तां जो जोड़फल 69,990 प्राप्त होवे। ठीक है, ਅਸੀਂ ਇਸ ਸੰਖਿਆ ਦੇ ਵਿੱਚੋਂ 38,108 ਨੂੰ ਮਾਈਨਸ ਕਰਾਂਗੇ। 69,990 ਦੇ ਵਿੱਚੋਂ 38,108 ਨੂੰ ਮਾਈਨਸ ਕਰਾਂਗੇ, ਜੋ ਘਟਾਉਣ ਤੇ ਸਾਡੇ ਕੋਲ ਉੱਤਰ ਜਿਹੜਾ ਪ੍ਰਾਪਤ ਹੋਏਗਾ ਉਹ ਹੀ ਸਾਡੇ ਕੋਲ ਲੋੜੀਂਦੀ ਸੰਖਿਆ ਹੋਏਗੀ। ਉਸ ਦੀ ਅਸੀਂ ਪੜਤਾਲ ਵੀ ਕਰਕੇ ਬਾਅਦ ਦੇ ਵਿੱਚ ਦੇਖ ਸਕਦੇ ਹਾਂ। ਠੀਕ ਹੈ, ਅਸੀਂ ਇਹਦੇ ਵਿੱਚ ਲਿਖਾਂਗੇ ਲੋੜੀਂਦੀ ਸੰਖਿਆ ਪ੍ਰਾਪਤ ਕਰਨ ਲਈ ਅਸੀਂ 69,990 ਵਿੱਚੋਂ 38,108 ਘਟਾਵਾਂਗੇ। ठीक है, तो 69,990 ਅਸੀਂ ਲਿਖ ਲੈਂਦੇ ਹਾਂ और 38,000 ਜਿਹੜਾ ਇਹਦੇ ਵਿੱਚੋਂ ਅਸੀਂ ਮਾਈਨਸ ਕਰਾਂਗੇ। 38,108 ਅਸੀਂ ਘਟਾਵਾਂਗੇ। ਠੀਕ ਹੈ,
तो देखते हैं ਅਸੀਂ ਸਭ ਤੋਂ ਪਹਿਲਾਂ ਇਕਾਈ ਦੇ ਅੰਕ ਦੇ ਵਿੱਚ ਸਾਡੇ ਕੋਲ ਉੱਪਰ ਜਿਹੜੀ ਸੰਖਿਆ ਉਹ 0 ਹੈ। 0 ਚੋਂ 8 ਤਾਂ 0 ਦੇ ਵਿੱਚੋਂ 8 ਮਾਈਨਸ ਨਹੀਂ ਕੀਤਾ ਜਾ ਸਕਦਾ, ਤਾਂ ਅਸੀਂ ਕੈਰੀ ਕਰਾਂਗੇ, ਹਾਸਲ ਲਵਾਂਗੇ। ਇੱਧਰ ਸਾਡੇ ਕੋਲ 8 ਬਚੇਗਾ ਤੇ ਸਾਡੇ ਕੋਲ 10 ਬਣ ਜਾਏਗਾ। 10 ਦੇ ਵਿੱਚੋਂ ਜਦੋਂ ਅਸੀਂ 8 ਘਟਾਵਾਂਗੇ ਸਾਡੇ ਕੋਲ ਜਿਹੜੀ ਸੰਖਿਆ ਹੈ ਥੱਲੇ ਉਹ 2 ਆ ਜਾਏਗੀ। ਠੀਕ ਹੈ, ਇਸੇ ਤਰ੍ਹਾਂ 8 ਚੋਂ 0 ਜਦੋਂ ਅਸੀਂ ਮਾਈਨਸ ਕਰਾਂਗੇ ਤਾਂ ਇਹ ਸਾਡੇ ਕੋਲ 8 ਆ ਜਾਏਗਾ। 9 ਦੇ ਵਿੱਚੋਂ 1 ਅਸੀਂ ਘਟਾਵਾਂਗੇ ਤਾਂ ਇਹ ਸਾਡੇ ਕੋਲ 8 ਆ ਜਾਏਗਾ। 9 ਦੇ ਵਿੱਚੋਂ 8 ਜਦੋਂ ਅਸੀਂ ਘਟਾਵਾਂਗੇ ਤਾਂ ਇਹ ਸਾਡੇ ਕੋਲ 1 ਪ੍ਰਾਪਤ ਹੋਏਗਾ। 6 ਦੇ ਵਿੱਚੋਂ 3 ਘਟਾਵਾਂਗੇ ਤਾਂ ਇਹ ਸਾਡੇ ਕੋਲ 3 ਪ੍ਰਾਪਤ ਹੁੰਦਾ ਹੈ। ਤੋ ਇਸ ਤਰ੍ਹਾਂ 31882 ਜਿਹੜੀ ਹੈ ਉਹ ਸਾਡੇ ਕੋਲ ਲੋੜੀਂਦੀ ਸੰਖਿਆ ਹੈ, ਜਿਹਨੂੰ ਜਦੋਂ ਅਸੀਂ 38108 ਦੇ ਵਿੱਚ ਜੋੜਾਂਗੇ ਤਾਂ ਸਾਨੂੰ ਜਿਹੜਾ ਜੋੜਫਲ ਹੈ ਉਹ 69990 ਪ੍ਰਾਪਤ ਹੋ ਜਾਵੇਗਾ। ਠੀਕ ਹੈ, ਤਾਂ ਬੱਚਿਓ ਇਹਦੀ ਅਸੀਂ ਪੜਤਾਲ ਵੀ ਕਰ ਸਕਦੇ ਹਾਂ। ਜੋ ਸਾਡੇ ਕੋਲ ਲੋੜੀਂਦੀ ਸੰਖਿਆ ਪ੍ਰਾਪਤ ਹੋਈ ਹੈ ਇਹਨੂੰ ਅਸੀਂ 38108 ਦੇ ਵਿੱਚ ਜੋੜ ਕੇ ਦੇਖ ਸਕਦੇ ਹਾਂ ਕਿ ਜੋੜ ਕਰਨ ਤੇ ਵਾਕਈ ਸਾਡੇ ਕੋਲ 69990 ਆਉਂਦਾ ਹੈ ਜਾਂ ਨਹੀਂ ਆਉਂਦਾ ਹੈ। ਠੀਕ ਹੈ, ਤਾਂ ਪੜਤਾਲ ਅਸੀਂ ਕਰਾਂਗੇ ਇਹਦੀ। ਪੜਤਾਲ ਦੇ ਵਿੱਚ 38108 ਵਿੱਚ ਅਸੀਂ 31882 ਨੂੰ ਜੋੜ ਕੇ ਦੇਖਦੇ ਹਾਂ। ਤੋ ਇਹਦੇ ਵਿੱਚ 8 ਨੂੰ ਜਦੋਂ ਅਸੀਂ 8 ਦੇ ਵਿੱਚ 2 ਜੋੜਾਂਗੇ ਤਾਂ ਇਹ ਸਾਡੇ ਕੋਲ 8 ਤੇ 2 10 ਬਣਦੇ ਨੇ। 10 ਦਾ 0 ਜਿਹੜਾ ਇੱਥੇ ਆ ਜਾਏਗਾ, 1 ਜਿਹੜਾ ਅੱਗੇ ਹਾਸਲ ਚਲਿਆ ਜਾਏਗਾ। 8 ਤੇ 1 ਜਿਹੜਾ ਸਾਡੇ ਕੋਲ ਉਹ 9 ਬਣਦਾ ਹੈ। ਠੀਕ ਹੈ, ਤੋ 8 ਤੇ 1 ਫਿਰ ਅੱਗੇ ਸਾਡੇ ਕੋਲ 9 ਬਣਦਾ ਹੈ। 8 ਤੇ 1 ਫਿਰ ਸਾਡੇ ਕੋਲ 9 ਬਣਦਾ ਹੈ ਔਰ 3 ਤੇ 3 ਸਾਡੇ ਕੋਲ ਜਿਹੜੇ 6 ਬਣਦੇ ਨੇ। ਠੀਕ ਹੈ ਵਿਦਿਆਰਥੀਓ, ਤਾਂ ਜਿਹੜਾ ਜੋੜਫਲ ਹੈ ਉਹ ਸਾਡੇ ਕੋਲ ਸੰਖਿਆ 69990 ਪ੍ਰਾਪਤ ਹੋ ਜਾਂਦਾ ਹੈ। ਤੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਡੇ ਕੋਲ ਬਿਲਕੁਲ ਸਹੀ ਜਵਾਬ ਸੀ। ਜਿਹੜਾ 31882 ਸੀ ਅਸੀਂ ਪੜਤਾਲ ਕਰਕੇ ਵੀ ਉਸ ਨੂੰ ਦੇਖ ਲਿਆ ਹੈ। ਠੀਕ ਹੈ, ਤੋ ਇੱਥੇ ਅਸੀਂ ਲਿਖਾਂਗੇ 31882 ਲੋੜੀਂਦੀ ਸੰਖਿਆ ਹੈ। ਲੋੜੀਂਦੀ ਸੰਖਿਆ ਹੈ। ਠੀਕ ਹੈ ਵਿਦਿਆਰਥੀਓ, ਤੋ ਇਹ ਸਾਡੇ ਕੋਲ 9ਵਾਂ ਸਵਾਲ ਸੀ ਅੱਜ ਦੀ ਜਿਹੜੀ ਅਸੀਂ ਬੇਸਿਕ ਆਪਰੇਸ਼ਨਸ ਦੀ ਦੁਹਰਾਈ ਕਰ ਰਹੇ ਹਾਂ। ਸੋ ਇਸ ਤੋਂ ਬਾਅਦ ਜਿਹੜਾ ਅਗਲਾ ਸਵਾਲ ਹੈ ਉਹ ਤੁਸੀਂ ਦੇਖ ਸਕਦੇ ਹੋ। ਉਹ ਸੰਖਿਆ ਪਤਾ ਕਰੋ ਜਿਹੜੀ 36798 ਤੋਂ 7976 ਵੱਧ ਹੋਵੇ। ਠੀਕ ਹੈ, ਇਹ ਪਾਰਟ ਦਾ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਅਸੀਂ ਕਰਾਂਗੇ। ਤੋ ਕਿਵੇਂ ਅਸੀਂ ਪਤਾ ਕਰ ਸਕਦੇ ਹਾਂ ਇਸ ਸੰਖਿਆ ਤੋਂ ਇੰਨੀ ਸੰਖਿਆ ਵੱਧ ਜਿਹੜੀ ਸੰਖਿਆ ਉਹ ਕਿਵੇਂ ਪਤਾ ਕਰ ਸਕਦੇ ਹਾਂ? ਬਹੁਤ ਹੀ ਸੌਖਾ ਤਰੀਕਾ ਹੈ। ਅਸੀਂ 36798 ਦੇ ਵਿੱਚ 7976 ਨੂੰ ਜੋੜ ਦੇਵਾਂਗੇ। ਠੀਕ ਹੈ, ਜੋੜ ਕਰਨ ਤੇ ਜੋ ਸਾਡੇ ਕੋਲ ਸੰਖਿਆ ਪ੍ਰਾਪਤ ਹੋਏਗੀ ਉਹ ਹੀ ਸਾਡੇ ਕੋਲ 36798 ਤੋਂ 7976 ਵੱਧ ਹੋਵੇਗੀ। ਠੀਕ ਹੈ, ਤੋ ਇਹ ਭਾਗ ਦਾ ਜਿਹੜਾ ਸਾਡੇ ਕੋਲ ਉੱਤਰ ਹੈ ਉਹ ਕੀ ਬਣੇਗਾ? 36798 ਇਹਦੇ ਵਿੱਚ ਅਸੀਂ ਜੋੜ ਦੇਵਾਂਗੇ 7976। ਠੀਕ ਹੈ, ਤੋ 8 ਤੇ 6 ਸਾਡੇ ਕੋਲ ਜਿਹੜੇ 14 ਹੋ ਗਏ। 14 ਦਾ 4 ਇੱਥੇ ਆ ਜਾਏਗਾ, 1 ਅਸੀਂ ਹਾਸਲ ਲਵਾਂਗੇ। 9 ਤੇ 1 10, 10 ਤੇ 7 ਸਾਡੇ ਕੋਲ ਜਿਹੜੇ 17 ਬਣ ਜਾਂਦੇ ਨੇ। 17 ਦਾ 7 ਇੱਥੇ ਲਿਖਿਆ ਜਾਏਗਾ, 1 ਅਸੀਂ ਹਾਸਲ ਲਵਾਂਗੇ। 7 ਤੇ 1 8, 8 ਤੇ 9 ਸਾਡੇ ਕੋਲ ਫਿਰ ਇਹ 17 ਬਣ ਜਾਂਦੇ ਨੇ। 17 ਦਾ 7 ਅਸੀਂ ਇੱਥੇ ਲਿਖਾਂਗੇ, 1 ਹਾਸਲ ਲਵਾਂਗੇ। 6 ਤੇ 1 7, 7 7 14, 14 ਦਾ 4 ਜਿਹੜਾ ਇੱਥੇ ਆ ਜਾਏਗਾ ਔਰ 1 ਅੱਗੇ ਕੈਰੀ ਕਰਾਂਗੇ। 3 ਤੇ 1 ਸਾਡੇ ਕੋਲ ਜਿਹੜੇ ਨੇ ਇਹ 4 ਬਣ ਜਾਂਦੇ ਨੇ। ਤੋ ਇਸ ਤਰ੍ਹਾਂ ਵਿਦਿਆਰਥੀਓ ਅਸੀਂ ਕਹਿ ਸਕਦੇ ਹਾਂ ਕਿ 44774 ਇਹੋ ਜਿਹੀ ਸਾਡੇ ਕੋਲ ਸੰਖਿਆ ਹੈ ਜਿਹੜੀ ਕਿ 36798 ਤੋਂ 7976 ਵੱਧ ਹੈ। ਸੋ ਇਹ ਭਾਗ ਦੇ ਵਿੱਚ ਆਪਾਂ ਲਿਖ ਸਕਦੇ ਹਾਂ ਕਿ 44774 ਲੋੜੀਂਦੀ ਸੰਖਿਆ ਹੈ। ਲੋੜੀਂਦੀ ਸੰਖਿਆ ਹੈ। ਠੀਕ ਹੈ, ਤੋ ਇਸ ਤੋਂ ਬਾਅਦ B ਪਾਰਟ ਜਿਹੜਾ ਸਾਡੇ ਕੋਲ ਹੈ ਉਹਦੇ 'ਚ ਸਾਨੂੰ ਇਹ ਪੁੱਛਿਆ ਗਿਆ ਹੈ ਕਿ ਉਹ ਸੰਖਿਆ ਪਤਾ ਕਰੋ ਜਿਹੜੀ 30067 ਤੋਂ 12967 ਘੱਟ ਹੋਵੇ। ਠੀਕ ਹੈ, ਇਹਦੇ ਤੋਂ 12967 ਘੱਟ ਸੰਖਿਆ ਪਤਾ ਕਰਨ ਲਈ ਸਾਨੂੰ 30067 ਦੇ ਵਿੱਚੋਂ 12967 ਨੂੰ ਮਾਈਨਸ ਕਰਨਾ ਪਏਗਾ। ਠੀਕ ਹੈ, ਤੋ ਘਟਾਉਣ ਦੇ ਲਈ ਆਪਾਂ ਦੇਖਦੇ ਹਾਂ 30067 ਮਾਈਨਸ 12967, 12967।
ਹਾਂਜੀ ਵਿਦਿਆਰਥੀਓ, ਜਦੋਂ ਅਸੀਂ 7 ਦੇ ਵਿੱਚੋਂ 7 ਘਟਾਵਾਂਗੇ ਤਾਂ ਸਾਡੇ ਕੋਲ ਜਿਹੜਾ ਹੈ 0 ਪ੍ਰਾਪਤ ਹੋਏਗਾ। 6 ਦੇ ਵਿੱਚੋਂ 6 ਘਟਾਵਾਂਗੇ ਤਾਂ ਵੀ ਸਾਡੇ ਕੋਲ 0 ਪ੍ਰਾਪਤ ਹੋਏਗਾ। ਔਰ ਇੱਥੇ ਸਾਡੇ ਕੋਲ 0 ਚੋਂ 9 ਨਹੀਂ ਘਟਾਇਆ ਜਾ ਸਕਦਾ, ਇੱਥੇ ਸਾਨੂੰ ਹਾਸਲ ਲੈਣਾ ਪਏਗਾ। ਇੱਥੇ ਸਾਡੇ ਕੋਲ 2 ਆਏਗਾ, ਠੀਕ ਹੈ। ਇੱਥੇ ਸਾਡੇ ਕੋਲ 10 ਬਣ ਜਾਏਗਾ। 10 ਦੇ ਵਿੱਚੋਂ ਫਿਰ ਇੱਕ ਹਾਸਲ ਲਵਾਂਗੇ ਤਾਂ ਅੱਗੇ ਸਾਡੇ ਕੋਲ 10 ਬਣ ਜਾਏਗਾ। ਤਾਂ 10 ਦੇ ਵਿੱਚੋਂ ਜਦੋਂ ਅਸੀਂ 9 ਘਟਾਵਾਂਗੇ ਸਾਡੇ ਕੋਲ 1 ਪ੍ਰਾਪਤ ਹੋਏਗਾ। ਇਸੇ ਤਰ੍ਹਾਂ 9 ਦੇ ਵਿੱਚੋਂ ਜਦੋਂ 2 ਮਾਈਨਸ ਕਰਾਂਗੇ ਸਾਡੇ ਕੋਲ 7 ਪ੍ਰਾਪਤ ਹੋਏਗਾ। 2 ਦੇ ਵਿੱਚੋਂ 1 ਮਾਈਨਸ ਕਰਾਂਗੇ ਸਾਡੇ ਕੋਲ 1 ਪ੍ਰਾਪਤ ਹੋਏਗਾ, ਠੀਕ ਹੈ ਵਿਦਿਆਰਥੀਓ। ਤਾਂ ਇਸ ਤਰ੍ਹਾਂ ਸਾਡੇ ਕੋਲ ਜਿਹੜੀ ਲੋੜੀਂਦੀ ਸੰਖਿਆ ਹੈ ਉਹ 17,100 ਪ੍ਰਾਪਤ ਹੋ ਜਾਂਦੀ ਹੈ। ਇਹ ਸੰਖਿਆ ਸਾਡੇ ਕੋਲ 30,067 ਤੋਂ 12,967 ਘੱਟ ਹੋਏਗੀ, ਠੀਕ ਹੈ। ਤਾਂ ਇਸ ਤਰ੍ਹਾਂ 17,100 ਲੋੜੀਂਦੀ ਸੰਖਿਆ ਹੈ। ਲੋੜੀਂਦੀ ਸੰਖਿਆ ਹੈ ਵਿਦਿਆਰਥੀਓ। ਇਸ ਤੋਂ ਬਾਅਦ 11ਵਾਂ ਸਵਾਲ ਸਾਡੇ ਕੋਲ ਜਿਹੜਾ ਅੱਜ ਦਾ ਹੈ ਉਹ ਸਾਡੇ ਕੋਲ ਹੈ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਵਿੱਚੋਂ 45,555 ਨੂੰ ਘਟਾਓ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਹੈ ਉਹ ਲਿਖਾਂਗੇ। 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ, ਠੀਕ ਹੈ। 1 ਲੱਖ ਸਾਡੇ ਕੋਲ 6 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਹੈ। ਤਾਂ 1 ਲੱਖ ਦੇ ਵਿੱਚੋਂ ਹੁਣ ਅਸੀਂ 45,555 ਨੂੰ ਮਾਈਨਸ ਕਰਾਂਗੇ। 1 ਲੱਖ ਘਟਾਓ 45,555। ਹਾਂਜੀ ਵਿਦਿਆਰਥੀਓ, ਤੋਂ ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ 0 ਚੋਂ 5 ਤਾਂ ਮਾਈਨਸ ਕੀਤੇ ਨਹੀਂ ਜਾ ਸਕਦੇ। ਇਹਦਾ ਮਤਲਬ ਸਾਨੂੰ ਕੈਰੀ ਕਰਨੇ ਪੈਣਗੇ। ਇੱਧਰੋਂ ਹਾਸਲ ਜਿਹੜਾ ਉਹ ਲੈਣਾ ਪਏਗਾ। ਤਾਂ ਹਾਸਲ ਲੈਣ ਦੇ ਲਈ ਸਾਨੂੰ ਇੱਥੇ 1 ਤੱਕ ਜਾਣਾ ਪਏਗਾ। 1 ਤੋਂ ਜਦੋਂ ਅਸੀਂ ਹਾਸਲ ਲਵਾਂਗੇ ਤਾਂ ਇਹ ਸਾਡੇ ਕੋਲ ਜਿਹੜਾ ਹੈ ਉਹ 10 ਬਣੇਗਾ। 10 ਚੋਂ ਫਿਰ ਅਸੀਂ ਹਾਸਲ ਲਵਾਂਗੇ ਤਾਂ ਇੱਥੇ ਸਾਡੇ ਕੋਲ 9 ਬਚਣਗੇ। ਫਿਰ ਇੱਥੇ 10 ਬਣਨਗੇ। ਇਹ 10 ਦੇ ਵਿੱਚੋਂ ਫਿਰ ਅਸੀਂ ਅੱਗੇ ਹਾਸਲ ਲਵਾਂਗੇ। ਇਹਦੇ ਵਿੱਚੋਂ ਫਿਰ ਅੱਗੇ ਹਾਸਲ ਲਵਾਂਗੇ, ਫਿਰ ਅੱਗੇ ਹਾਸਲ ਲਵਾਂਗੇ। ਤਾਂ ਇਹ ਸਾਡੇ ਕੋਲ ਲਾਸਟ ਦੇ ਵਿੱਚ ਇੱਥੇ 10 ਬਣੇਗਾ। ਤਾਂ 10 ਦੇ ਵਿੱਚੋਂ ਜਦੋਂ ਅਸੀਂ 5 ਮਾਈਨਸ ਕਰਦੇ ਹਾਂ ਤਾਂ ਇਹ ਸਾਡੇ ਕੋਲ 5 ਆਏਗਾ। 9 ਦੇ ਵਿੱਚੋਂ 5 ਮਾਈਨਸ ਕਰਾਂਗੇ ਤਾਂ ਸਾਡੇ ਕੋਲ 4 ਪ੍ਰਾਪਤ ਹੋਏਗਾ। 9 ਚੋਂ 5 ਮਾਈਨਸ ਕਰਾਂਗੇ ਤਾਂ 4 ਪ੍ਰਾਪਤ ਹੋਏਗਾ। 9 ਚੋਂ 5 ਮਾਈਨਸ ਕਰਾਂਗੇ ਤਾਂ 4 ਪ੍ਰਾਪਤ ਹੋਏਗਾ। ਔਰ ਲਾਸਟ ਦੇ ਵਿੱਚ 9 ਚੋਂ 4 ਮਾਈਨਸ ਕਰਾਂਗੇ ਤਾਂ ਸਾਡੇ ਕੋਲ ਸੰਖਿਆ 5 ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ, ਠੀਕ ਹੈ ਵਿਦਿਆਰਥੀਓ। ਤਾਂ ਇਸ ਤਰ੍ਹਾਂ 54,445 ਜਿਹੜਾ ਇਹ ਸਾਡੇ ਕੋਲ ਲੋੜੀਂਦਾ ਉੱਤਰ ਹੈ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਹਰ ਇੱਕ ਸਵਾਲ ਨੂੰ, ਹਰ ਇੱਕ ਕੁਐਸਚਨ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਆਪਣੇ ਆਪ ਵੀ ਹੱਲ ਕੀਤਾ ਹੋਏਗਾ। ਸੋ ਫਿਰ ਮਿਲਾਂਗੇ ਅਸੀਂ ਅਗਲੇ ਲੈਸਨ ਦੇ ਵਿੱਚ ਅਗਲੀਆਂ ਮੌਲਿਕ ਸੰਕ੍ਰਿਆਵਾਂ ਦੀ ਦੁਹਰਾਈ ਦੇ ਨਾਲ, ਉਹਨਾਂ ਦੇ ਸਵਾਲਾਂ ਦੇ ਨਾਲ, ਠੀਕ ਹੈ। ਉਦੋਂ ਤੱਕ ਸਤਿ ਸ਼੍ਰੀ ਅਕਾਲ।